समाज ਵਿੱਚ ਰਹਿੰਦਿਆਂ ਬਹੁਤ ਸਾਰੇ ਵਰਤਾਰੇ ਵਾਪਰਦੇ ਨੇ, ਪਰ ਉਹਨਾਂ ਵਰਤਾਰਿਆਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਘਟਨਾਕ੍ਰਮ ਹੁੰਦੇ ਨੇ ਜਿਨ੍ਹਾਂ ਵਿੱਚ ਕੁਝ ਲੋਕਾਂ ਨੂੰ ਤਾਂ ਜ਼ਿੰਦਗੀ ਉਹਨਾਂ ਵਰਤਾਰਿਆਂ ਦੇ ਰਿਜ਼ਲਟ ਨਤੀਜੇ ਭੁਗਤਣੇ ਪੈਂਦੇ ਨੇ। ਔਰ ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਕਈ ਅਪਰਾਧ ਇਸ ਤਰ੍ਹਾਂ ਦੇ ਨੇ, ਸੜਕ 'ਤੇ ਜਾਂਦਿਆਂ ਕੋਈ ਤੁਹਾਨੂੰ ਹਿੱਟ ਕਰਕੇ ਚਲਿਆ ਗਿਆ, ਤੁਹਾਨੂੰ ਸੱਟ ਵੱਜ ਗਈ, ਤੁਸੀਂ ਬਾਜ਼ਾਰ 'ਚ ਜਾ ਰਹੇ ਹੋ, ਤੁਹਾਡੇ ਉੱਤੇ ਹਮਲਾ ਹੋ ਗਿਆ, ਜਾਂ ਅਸੀਂ ਜਿਵੇਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਕਿ ਲੜਕੀਆਂ 'ਤੇ ਕੁਝ ਲੋਕ ਤੇਜ਼ਾਬ ਦੇ ਨਾਲ ਹਮਲਾ ਕਰਦੇ ਆ ਜਾਂ ਕਿਸੇ ਹੋਰ ਢੰਗ ਨਾਲ ਹਮਲਾ ਕਰਦੇ ਆ, ਅਤੇ ਉਸ ਤੋਂ ਬਾਅਦ ਉਹਨਾਂ ਦਾ ਮਾਨਸਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਭਾਵਨਾਤਮਕ ਤੌਰ ਦੇ ਉੱਤੇ ਬਹੁਤ ਉਸ ਵਿਕਟਮ ਦਾ ਜਾਂ ਉਸ ਅਪਰਾਧ ਦੇ ਸ਼ਿਕਾਰੀ ਦਾ ਨੁਕਸਾਨ ਹੋ ਜਾਂਦਾ ਹੈ। ਉਹ ਸਾਰੀ ਜ਼ਿੰਦਗੀ ਉਸ ਦੇ ਵਿੱਚੋਂ ਨਹੀਂ ਨਿਕਲ ਸਕਦਾ। ਖੈਰ, ਉਹ ਸਮਾਂ ਉਹਦੇ ਨਾਲ ਚੱਲਦਾ ਰਹਿੰਦਾ, ਉਹਦੇ ਵਿੱਚੋਂ ਉਹਨੇ ਕਿਵੇਂ ਨਿਕਲਣਾ, ਉਹ ਲੜਾਈ ਤਾਂ ਉਹਨੇ ਆਪ ਲੜਨੀ ਹੈ। ਪਰ ਸਰਕਾਰਾਂ ਜਿੱਥੋਂ ਤੱਕ ਉਹਦੀ ਮਦਦ ਕਰ ਸਕਦੀਆਂ ਕਾਨੂੰਨੀ ਤੌਰ 'ਤੇ, ਉਹ ਕੀ ਹੈ, ਕਿਵੇਂ ਮਦਦ ਮਿਲ ਸਕਦੀ ਹੈ, ਕਿਸ ਤਰ੍ਹਾਂ ਤੁਸੀਂ ਅਦਾਲਤਾਂ ਤੱਕ ਪਹੁੰਚ ਕਰ ਸਕਦੇ ਹੋ, ਔਰ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਫੜਨ ਵਿੱਚ ਵੀ ਮਦਦ ਹੁੰਦੀ ਹੈ, ਪਰ ਨਾਲ ਦੀ ਨਾਲ ਤੁਹਾਨੂੰ ਮਾਇਕ ਤੌਰ 'ਤੇ ਵੀ ਸਰਕਾਰਾਂ ਵੱਲੋਂ, ਕੇਂਦਰ ਸਰਕਾਰ ਵੱਲੋਂ ਵੀ ਅਤੇ ਪੰਜਾਬ ਸਰਕਾਰ ਵੱਲੋਂ ਵੀ ਮਦਦ ਦਿੱਤੀ ਜਾਂਦੀ ਹੈ, ਰਾਜ ਪੱਧਰ ਦੇ ਉੱਤੇ ਵੀ। ਸੋ ਇਹ ਅਪਰਾਧ ਕੀ ਹੈ, ਕਿਹੜੇ ਅਪਰਾਧ ਇਸ ਦੇ ਅਧੀਨ ਆਉਂਦੇ ਹੈ, ਕਿਵੇਂ ਅਸੀਂ ਉਹਨਾਂ ਦਾ ਫਾਇਦਾ ਉਠਾ ਸਕਦੇ ਹਾਂ ਸਰਕਾਰਾਂ ਵੱਲੋਂ ਦਿੱਤੇ ਜਾਣ ਵਾਲੇ ਲਾਭ ਦਾ, ਇਹਦੇ ਲਈ ਗੱਲਬਾਤ ਕਰਨ ਲਈ ਅਸੀਂ ਸਰਦਾਰ ਸਿਮਰਨਜੀਤ ਸਿੰਘ ਹੁਣਾਂ ਨੂੰ ਸੱਦਾ ਦਿੱਤਾ, ਜੋ ਕਿ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਰੋਪੜ ਵਿਖੇ, ਕੰਮ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੋਪੜ ਵਿਖੇ। ਸੋ CGM ਸਾਹਿਬ, ਤੁਹਾਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ। DD ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਅਪਰਾਧ ਵਾਲੀ, ਸਭ ਤੋਂ ਪਹਿਲਾਂ ਤਾਂ ਇਹ ਮਨ ਦੇ ਵਿੱਚ ਸਵਾਲ ਆ ਜਾਂਦਾ ਹੈ ਕਿ ਉਹ ਕਿਹੜੇ ਅਪਰਾਧ ਹੁੰਦੇ ਆ, ਜਾਂ ਕਾਨੂੰਨੀ ਭਾਸ਼ਾ ਵਿੱਚ ਇਸ ਕਾਨੂੰਨ ਦਾ ਫਾਇਦਾ ਲੈਣ ਲਈ, ਇਸ ਕਿਸਮ ਦਾ ਮਾਇਕ ਫਾਇਦਾ ਲੈਣ ਲਈ ਅਪਰਾਧ ਦੀ ਭਾਸ਼ਾ ਕਾਨੂੰਨੀ ਕੀ ਹੈ? ਅਪਰਾਧ ਜੇ ਆਪਾਂ ਗੱਲ ਕਰੀਏ, ਜਿਵੇਂ ਇੰਡੀਅਨ ਪੀਨਲ ਕੋਡ ਹੈ 1860, ਤਾਂ ਇੰਡੀਅਨ ਪੀਨਲ ਕੋਡ 'ਚ ਵੱਖ-ਵੱਖ ਅਪਰਾਧ ਦਿੱਤੇ ਹੋਏ ਹਨ। ਜਿਵੇਂ ਮਰਡਰ ਹੈ 302 ਵਿੱਚ ਆ ਜਾਂਦਾ ਹੈ, ਰੇਪ ਹੈ 376 ਹੈ, ਉਹਦੇ ਵੱਖਰੇ 376 A to E ਹੈ ਜੀ। ਫਿਰ ਆਪਾਂ ਸੈਕਸ਼ੁਅਲ ਹਰਾਸਮੈਂਟ ਦੀ ਕਰੀਏ ਗੱਲ, 354 A to D ਹਨ ਸੈਕਸ਼ਨ। ਸੋ ਵੱਖ-ਵੱਖ ਅਫੈਂਸਿਸ ਦੇ, ਐਸਿਡ ਅਟੈਕ ਦੀ ਗੱਲ ਕਰੀਏ 326 A, 326 B। ਸੋ ਸਾਰੇ ਅਫੈਂਸਿਸ ਜਿਹੜੇ ਨੇ ਜਨਰਲੀ ਇੰਡੀਅਨ ਪੀਨਲ ਕੋਡ 'ਚ ਡਿਫਾਈਨਡ ਨੇ, ਬਟ ਕੁਝ ਸਪੈਸ਼ਲ ਅਫੈਂਸਿਸ ਨੇ ਜਿਹੜੇ ਕੋਈ ਹੋਰ ਐਕਟ 'ਚ ਵੀ ਡਿਫਾਈਨਡ ਹੋਣੇ ਜੀ। ਸੋ ਜੇ ਅਪਰਾਧਾਂ ਦੀ ਗੱਲ ਕਰੀਏ ਤਾਂ ਅਪਰਾਧ ਜਿਹੜੇ ਇੰਡੀਅਨ ਪੀਨਲ ਕੋਡ 'ਚ ਡਿਫਾਈਨਡ ਨੇ, ਉਹਨਾਂ ਅਪਰਾਧਾਂ ਦਾ ਜੇ ਕੋਈ ਪੀੜਤ ਬੰਦਾ ਹੈ ਉਹਨੂੰ ਮੁਆਵਜ਼ਾ ਮਿਲਦਾ ਹੈ ਸਰਕਾਰ ਵੱਲੋਂ। ਤਾਂ ਮੁਆਵਜ਼ੇ ਦੀਆਂ ਜਿਹੜੀਆਂ ਸਕੀਮਾਂ ਬਣੀਆਂ ਨੇ ਉਹ ਰਾਜ ਪੱਧਰ 'ਤੇ ਵੀ ਬਣੀਆਂ ਨੇ ਅਤੇ ਸੈਂਟਰ ਪੱਧਰ 'ਤੇ ਵੀ ਬਣੀਆਂ ਨੇ। ਇਹ ਸਾਰੀਆਂ ਜਿਹੜੀਆਂ ਵਿਕਟਮ ਕੰਪਨਸੇਸ਼ਨ ਸਕੀਮਾਂ ਨੇ, ਮੁਆਵਜ਼ੇ ਦੀਆਂ ਸਕੀਮਾਂ, ਇਹ ਸੈਕਸ਼ਨ 357 A ਜੋ ਕਿ CRPC ਵਿੱਚ ਐਡ ਕੀਤਾ ਗਿਆ ਹੈ ਅਤੇ ਲਾਗੂ ਹੋਇਆ ਹੈ 31 ਦਸੰਬਰ 2009 ਤੋਂ। ਉਸ ਤੋਂ ਬਾਅਦ ਇਹ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਇਹ ਐਡੀਸ਼ਨ ਕੀਤੀ ਗਈ, ਤਾਂ ਜੋ, ਕਿਉਂਕਿ ਹੁਣ ਤੱਕ ਆਪਾਂ ਜੇ ਗੱਲ ਕਰੀਏ ਜਿਹੜਾ ਐਮਫਸਿਸ ਹੈ, ਜਿਹੜਾ ਜ਼ਿਆਦਾ ਥਰਸਟ ਰਿਹਾ ਉਹ ਮੁਲਜ਼ਮ 'ਤੇ ਰਿਹਾ ਕਿ ਮੁਲਜ਼ਮ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ। ਡੈਟਰੈਂਸ ਥਿਊਰੀ ਚੱਲਦੀ ਰਹੀ ਹੈ ਕਿ ਤਾਂ ਹੀ ਸ਼ਾਇਦ ਉਹ ਕੱਲ੍ਹ ਨੂੰ ਕ੍ਰਾਈਮ ਨਹੀਂ ਕਰੂਗਾ ਜੇ ਉਹਨੂੰ ਕੜੀ ਸਜ਼ਾ ਦਿੱਤੀ ਜਾਊਗੀ। ਬਟ ਹੁਣ ਪਿਛਲੇ 2 ਦਹਾਕਿਆਂ ਦੀ ਗੱਲ ਕਰੀਏ ਤਾਂ ਜਿਹੜਾ ਫੋਕਸ ਸ਼ਿਫਟ ਹੋਇਆ ਉਹ ਵਿਕਟਮ 'ਤੇ ਹੋਇਆ। ਅਪਰਾਧ ਜਿਹੜਾ ਕਿ ਉਸ ਕ੍ਰਾਈਮ ਦਾ, ਉਸ ਅਪਰਾਧ ਦਾ ਜਿਹੜਾ ਵਿਕਟਮ ਹੈ, ਪੀੜਤ 'ਤੇ ਸ਼ਿਫਟ ਹੋਇਆ ਕਿ ਉਹਦੀ ਵੀ ਕੋਈ ਸਾਰ ਲਿੱਤੀ ਜਾਵੇ, ਇਹ ਦੇਖਿਆ ਜਾਵੇ ਕਿ ਉਹਨੂੰ ਮੋਨੇਟਰੀ ਲਾਸ ਕੀ ਹੋਇਆ, ਉਹਨੂੰ ਫਿਜ਼ੀਕਲ ਲਾਸ ਕੀ ਹੋਇਆ, ਉਹਨੂੰ ਮੈਂਟਲ ਲਾਸ ਕੀ ਹੋਇਆ। ਸੋ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਅਪਰਾਧ ਪੀੜਤਾਂ ਸਕੀਮਾਂ ਬਣਾਈਆਂ ਗਈਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਿਹੜੀ ਪਹਿਲੀ ਸਕੀਮ ਹੈ ਉਹ ਸੰਨ 2011 ਵਿੱਚ ਬਣ ਗਈ ਸੀ ਜੀ, ਜੋ ਕਿ ਸੋਧ ਕਰਕੇ ਹੁਣ ਜਿਹੜੀ ਪੰਜਾਬ ਵਿਕਟਮ ਕੰਪਨਸੇਸ਼ਨ ਸਕੀਮ 2017 ਵਿੱਚ ਬਣੀ, ਜੋ ਲਾਗੂ ਹੁੰਦੀ ਹੈ 30 ਨਵੰਬਰ 2017 ਤੋਂ। ਐਵੇਂ ਨਾਲਸਾ ਦੀ ਸਕੀਮ ਦੀ ਗੱਲ ਕਰੀਏ, ਜਿਹੜੀ ਸਾਡੀ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਐਕਟ ਹੈ, ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਹੈ, ਉਹਨਾਂ ਨੇ ਇੱਕ ਸਕੀਮ ਬਣਾਈ 2018 ਵਿੱਚ ਜਿਹੜੀ ਕਿ ਕੇਵਲ ਔਰਤਾਂ ਲਈ ਹੈ। ਤਾਂ ਉਹ ਵਿਕਟਮ ਕੰਪਨਸੇਸ਼ਨ ਸਕੀਮ ਫॉर ਵਿਮਨ ਜਾਂ ਸਰਵਾਈਵਰਸ ਆਫ ਸੈਕਸ਼ੂਅਲ ਅਸੌਲਟ
ਐਂਡ ਅਦਰ ਕ੍ਰਾਈਮਸ 2018 ਇਹ ਸਕੀਮ ਦਾ ਨਾਮ ਹੈ। ਸੋ ਔਰਤਾਂ ਨੂੰ ਕੰਪਰੀਹੈਂਸਿਵਲੀ ਡੀਲ ਕਰਦੀ ਹੈ ਸਨ 2018 ਵਾਲੀ ਸਕੀਮ, ਜਿਹੜੀ ਨੈਸ਼ਨਲ ਸਕੀਮ ਹੈ, ਨੈਸ਼ਨਲ ਸਕੀਮ ਹੈ ਜਿਹੜੀ ਨਾਲਸਾ ਦੁਆਰਾ ਜਾਰੀ ਕੀਤੀ ਹੋਈ। ਪਰ ਇਹ ਦੋਨੋਂ ਸਕੀਮਾਂ ਤੁਹਾਨੂੰ ਪੰਜਾਬ 'ਚ ਹਰ ਅਦਾਲਤ ਵਿੱਚ ਉਪਲਬਧ ਨੇ। ਜੀ 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 ਹਾਂ, ਕਿਤੇ ਕੋਈ ਸਮਝ ਲਵੇ ਕਿ ਜੀ ਜਿਹੜੀ ਸੈਂਟਰ ਦੀ ਹੈ ਸ਼ਾਇਦ ਉਹ ਕਿਤੇ ਹੋਰ ਹੈ, ਪਰ ਇਹ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਥਰੂ ਹੀ ਤੁਹਾਨੂੰ ਜਿਹੜੀਆਂ ਮਿਲ ਸਕਦੀਆਂ ਨੇ। ਜੀ 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 ਜੀ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਜਿਹੜਾ ਮੁੱਖ ਉਦੇਸ਼ ਹੈ, ਜੇ ਵਿਕਟਮ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਸਾਡੇ ਇੱਕ ਸਪੈਸ਼ਲ ਅਸੀਂ ਵਿਕਟਮ ਕੰਪਨਸੇਸ਼ਨ ਸੈੱਲ ਬਣਾਏ ਹੋਏ ਹਨ। ਉੱਥੇ ਕੋਈ ਵੀ ਜਿਹੜਾ ਇਹੋ ਜਿਹਾ ਵਿਕਟਮ ਹੈ, ਜਿਹੜਾ ਅਪਰਾਧ ਤੋਂ ਪੀੜਤ ਬੰਦਾ, ਉਹ ਆ ਕੇ ਆਪਣਾ ਐਪਲੀਕੇਸ਼ਨ ਦੇ ਸਕਦਾ ਕਿ ਮੇਰੇ ਨਾਲ ਇਹ ਅਪਰਾਧ ਹੋਇਆ ਹੈ, ਜਾਂ ਉਹਨਾਂ ਦੇ ਜਿਹੜੇ ਅੱਗੇ ਵਾਰਸ ਨੇ, ਡਿਪੈਂਡੈਂਟਸ ਨੇ, ਉਹ ਵੀ ਜਿਵੇਂ ਮਰਡਰ ਹੋਇਆ ਕਿਸੇ ਕੇਸ 'ਚ, ਜਾਂ ਕੋਈ ਵਿਕਟਮ ਚੱਲ ਫਿਰ ਨਹੀਂ ਸਕਦਾ ਤਾਂ ਉਹਦੇ ਡਿਪੈਂਡੈਂਟਸ ਆ ਕੇ ਸਾਡੇ ਕੋਲ ਅਰਜ਼ੀ ਦੇ ਸਕਦੇ ਨੇ ਪਲੇਨ ਕਾਗਜ਼ ਤੇ ਕਿ ਇਹ ਸਾਡੇ ਨਾਲ ਅਫੈਂਸ ਹੋਇਆ ਤੇ ਇਹ ਅਫੈਂਸ ਹੋਣ ਕਰਕੇ ਸਾਨੂੰ ਜੋ ਵੀ ਲਾਸ ਹੋਇਆ, ਫਿਜ਼ੀਕਲ ਲਾਸ ਹੋਇਆ, ਲਾਸ ਆਫ ਏਮਪਲੋਇਮੈਂਟ ਹੈ ਜਾਂ ਹੋਰ ਵੱਖਰੇ ਵੱਖਰੇ ਲਾਸ ਨੇ, ਉਹਦੇ ਬਾਰੇ ਫਿਰ ਉਹ ਐਪਲੀਕੇਸ਼ਨ ਦਿੰਦੇ ਨੇ। ਤਾਂ ਇਹ ਹੁਣ ਕ੍ਰਾਈਟੇਰੀਆ ਦੀ ਗੱਲ ਕਰੀਏ, ਪੰਜਾਬ ਵਿਕਟਮ ਕੰਪਨਸੇਸ਼ਨ ਸਕੀਮ ਹੈ ਜਿਹੜੀ, ਉਹਦਾ ਪੈਰਾ 6 ਹੈ ਜਿਹਦੇ ਵਿੱਚ ਇਹਨਾਂ ਨੇ ਡਿਟੇਲਡ ਕ੍ਰਾਈਟੇਰੀਆ ਦੱਸਿਆ। ਕ੍ਰਾਈਟੇਰੀਆ ਇਹ ਹੈ ਕਿ ਜਦੋਂ ਕ੍ਰਾਈਮ ਕਮਿਟ ਹੁੰਦਾ ਹੈ, ਪਹਿਲੀ ਗੱਲ ਤਾਂ ਜਿਹੜਾ ਇਨਫੋਰਮੈਂਟ ਹੈ ਜਾਂ ਵਿਕਟਮ ਹੈ ਉਹ ਕ੍ਰਾਈਮ ਨੂੰ ਰਿਪੋਰਟ ਕਰੇ ਪੁਲਿਸ ਸਟੇਸ਼ਨ 'ਚ। ਕ੍ਰਾਈਮ ਰਿਪੋਰਟ ਹੋਣ ਤੋਂ ਬਾਅਦ ਉਹ ਸਾਨੂੰ ਸਾਡੇ ਜ਼ਿਲ੍ਹਾ ਅਥਾਰਟੀ ਨੂੰ, ਜਿਹੜੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੈ, ਉੱਥੇ ਆ ਕੇ ਐਪਲੀਕੇਸ਼ਨ ਦੇ ਸਕਦੇ ਨੇ ਕਿ ਸਾਨੂੰ ਬਣਦੀ ਜਿਹੜੀ ਸਾਡੀ ਵਿਕਟਮ ਕੰਪਨਸੇਸ਼ਨ ਆ ਉਹ ਦਿੱਤੀ ਜਾਵੇ। ਇੰਟਰਮ ਵਿਕਟਮ ਕੰਪਨਸੇਸ਼ਨ ਦੀ ਵੀ ਸਕੀਮ ਹੈ ਜਿੱਥੇ ਕਿ ਮੋਨਿਟਰੀ ਲਾਸ ਹੋਵੇ ਜਾਂ ਮੈਡੀਕਲ ਕੋਈ ਉਹਨਾਂ ਨੂੰ ਏਡ ਦੀ ਲੋੜ ਹੈ, ਕਿਸੇ ਹਸਪੀਟਲਾਈਜੇਸ਼ਨ ਦੀ ਲੋੜ ਹੈ। ਜਿਵੇਂ ਐਸਿਡ ਅਟੈਕ ਦੀ ਗੱਲ ਕਰੀਏ ਤਾਂ ਐਸਿਡ ਅਟੈਕ ਲਈ 3 ਲੱਖ ਰੁਪਇਆ ਇੰਟਰਮ ਸਟੇਜ ਤੇ ਦਿੱਤਾ ਜਾਂਦਾ, ਜਿਹਦੇ 'ਚੋਂ 1 ਲੱਖ ਰੁਪਇਆ ਤਾਂ ਸਿਰਫ 15 ਮਹਿਜ਼ ਜਿਸ ਦਿਨ ਅਫੈਂਸ ਹੁੰਦਾ ਤੇ ਉਹ ਰਿਪੋਰਟ ਕੀਤਾ ਜਾਂਦਾ, ਉਹ ਤੋਂ 15 ਦਿਨਾਂ ਵਿੱਚ ਰਿਲੀਜ਼ ਕੀਤਾ ਜਾਂਦਾ, ਤੇ ਬਾਕੀ ਦਾ ਜਿਹੜਾ 2 ਲੱਖ ਹੈ ਉਹ ਫਸਟ ਪੇਮੈਂਟ ਤੋਂ 2 ਮਹੀਨਿਆਂ ਦੇ ਅੰਦਰ ਅੰਦਰ ਦੇਣਾ ਹੁੰਦਾ। ਤੇ ਇਹ ਸਾਡੀ ਰਿਸਪੌਂਸਿਬਿਲਿਟੀ ਹੈ ਕਿ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਐਸਿਡ ਦਾ ਇਹ ਲੜਕੀ ਤੇ ਤੇਜ਼ਾਬ ਪਾਇਆ ਕਿਸੇ ਨੇ, ਤੇ ਕ੍ਰਾਈਮ ਸਾਡੇ ਨੋਟਿਸ ਵਿੱਚ ਆਂਦਾ, ਅਸੀਂ ਸੂਓ ਮੋਟੋ ਵੀ ਤੇ ਕਿਸੇ ਦੀ ਐਪਲੀਕੇਸ਼ਨ ਤੇ, ਉਹਨਾਂ ਦੇ ਡਿਪੈਂਡੈਂਟ ਦੀ ਐਪਲੀਕੇਸ਼ਨ ਤੇ ਜਾਂ ਜਿਹੜਾ ਕੰਸਰਨਡ SHO ਉਹਨਾਂ ਦੀ ਐਪਲੀਕੇਸ਼ਨ ਤੇ ਅਸੀਂ ਇਹ ਆਪਣਾ ਪ੍ਰੋਸੈਸ ਸ਼ੁਰੂ ਕਰ ਸਕਦੇ ਹਾਂ ਉਹਨਾਂ ਨੂੰ ਵਿਕਟਮ ਨੂੰ ਕੰਪਨਸੇਸ਼ਨ ਦੇਣ ਦਾ। ਜੀ, ਸੋ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਜਦੋਂ ਕੋਈ ਅਪਰਾਧ ਹੁੰਦਾ ਹੈ ਉਹਦਾ ਪੁਲਿਸ ਕੋਲੇ ਰਿਪੋਰਟਿੰਗ ਬੜੀ ਜ਼ਰੂਰੀ ਹੈ ਜੇਕਰ ਤੁਸੀਂ ਇਸ ਤਰ੍ਹਾਂ ਦੇ ਫਾਇਦਾ ਲੈਣਾ ਚਾਹੁੰਦੇ ਹੋ। ਜੀ ਜੀ, ਇਸ ਤਰ੍ਹਾਂ ਹੈ ਕਿ ਕਿਸੇ ਨੇ ਰਿਪੋਰਟ ਨਹੀਂ ਕੀਤਾ ਜੀ, ਕਿ ਉਹ ਬਾਅਦ ਦੇ ਵਿੱਚ ਕਈ ਵਾਰੀ ਇੰਝ ਹੁੰਦਾ ਹੈ ਕਿ ਸਮਾਜਿਕ ਤੌਰ ਤੇ ਲੋਕ ਚੁੱਪ ਕਰ ਜਾਂਦੇ ਆ ਕਿ ਬਦਨਾਮੀ ਹੋਏਗੀ, ਪਰਿਵਾਰ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ, ਪਰ ਸਮਾਂ ਪਾ ਕੇ ਕੋਈ ਇਨਸਾਨ ਫੀਲ ਕਰਦਾ ਕਿ ਮੇਰਾ ਬੜਾ ਲਾਸ ਹੋ ਗਿਆ ਹੈ, ਮਾਇਕ ਤੌਰ ਤੇ ਅਗਰ ਸਰਕਾਰ ਦੀ ਮਦਦ ਮਿਲ ਜਾਵੇ ਤਾਂ ਉਸ ਸਥਿਤੀ ਵਿੱਚ ਕੀ ਕੀਤਾ ਜਾ ਸਕਦਾ ਹੈ? ਦੇਖੀਏ, ਜਿਹੜੀ ਜਿਵੇਂ ਹੁਣ ਆਪਾਂ ਅਫੈਂਸਿਸ, ਸੈਕਸ਼ੂਅਲ ਅਫੈਂਸਿਸ ਦੀ ਗੱਲ ਕਰੀਏ, ਰੇਪ ਇੱਕ ਐਸਾ ਅਫੈਂਸ ਹੈ ਜਿਹੜਾ ਥੋੜਾ ਸਾਡੀ ਸੁਸਾਇਟੀ 'ਚ ਹਜੇ ਵੀ ਸਟਿਗਮੈਟਿਕ ਮੰਨਿਆ ਜਾਂਦਾ। ਸੋ ਘਰ ਦੇ 100 ਵਾਰ ਸਲਾਹ ਕਰਦੇ ਨੇ, ਆਪਣੇ ਪਤਵੰਤੇ ਸੱਜਣ ਆਪਣੇ ਰਿਸ਼ਤੇਦਾਰਾਂ ਵਿੱਚ ਉਹ ਇਹ ਸੋਚਦੇ ਨੇ ਕਿ FIR ਦਰਜ ਕਰਾਈਏ ਕਿ ਨਾ ਕਰਾਈਏ, ਇਹਦੇ 'ਚ ਡਿਲੇ ਵੀ ਹੋ ਸਕਦੀ ਹੈ। ਤੇ ਮਾਨਯੋਗ ਸਾਡੀ ਸੁਪਰੀਮ ਕੋਰਟ ਨੇ ਕਿੰਨੀਆਂ ਜਜਮੈਂਟਸ 'ਚ ਇਹ ਕਿਹਾ ਹੈ ਕਿ ਜਿਹੜੇ ਇਹੋ ਜਿਹੇ ਅਫੈਂਸਿਸ ਹੈ ਜਿੱਥੇ ਬੰਦੇ ਦੀ ਪ੍ਰੈਸਟੀਜ ਇਨਵੋਲਵਡ ਹੈ, ਜਿੱਥੇ ਸੋਸ਼ਲ ਸਟਿਗਮਾ ਹੈ, ਉੱਥੇ ਜੇ ਡਿਲੇ ਹੋ ਵੀ ਜਾਂਦੀ ਹੈ ਕੋਈ ਹਰਜ਼ ਨਹੀਂ, ਬਟ ਇਹਦੇ 'ਚ ਕ੍ਰਾਈਮ ਰਿਪੋਰਟ ਹੋਣਾ ਜ਼ਰੂਰੀ ਹੈ। ਜੇ ਕੰਪਨਸੇਸ਼ਨ ਦੇਰ ਬਾਅਦ ਵੀ ਰਿਪੋਰਟ ਕਰਾਇਆ ਜਾ ਸਕਦਾ ਹੈ? ਬਿਲਕੁਲ ਰਿਪੋਰਟ ਹੋ ਸਕਦਾ ਹੈ, ਜਿਵੇਂ ਇਹਦੇ 'ਚ 2 ਮਹੀਨੇ 6 ਮਹੀਨੇ ਸਾਲ ਬਾਅਦ ਵੀ ਰਿਪੋਰਟ ਹੋ ਸਕਦਾ ਹੈ। ਸੋ ਕ੍ਰਾਈਮ ਦੀ ਇਹ ਕੋਈ ਗੱਲ ਨਹੀਂ ਹੈ, ਕਿਉਂਕਿ ਕ੍ਰਾਈਮ ਕੈਨ ਬੀ ਸੈਟ ਇਨਟੂ ਮੋਸ਼ਨ ਐਟ ਐਨੀ ਟਾਈਮ ਬਾਈ ਐਨੀਵਨ। ਇਹ ਤਾਂ ਇੱਕ ਬੇਸਿਕ ਲਾ ਹੈ ਕਿ ਜਦੋਂ ਕੋਈ ਕ੍ਰਾਈਮ ਹੁੰਦਾ ਹੈ, ਹੋ ਸਕਦਾ ਹੈ ਕਿ ਉਦੋਂ ਉਹ ਨਹੀਂ ਹਾਲਤ ਸੀ ਦੱਸਣਯੋਗ 'ਚ, ਜਾਂ ਘਰ ਦੇ ਹਾਲਾਤ ਇਹੋ ਜਿਹੇ ਸੀ, ਜਾਂ ਉਹ ਦੱਸਣਾ ਚਾਹੁੰਦੇ ਨਹੀਂ ਸੀ, ਉਹ ਬਾਅਦ ਵਿੱਚ ਵੀ ਕ੍ਰਾਈਮ ਨੂੰ ਰਿਪੋਰਟ ਕਰ ਸਕਦੇ ਨੇ। ਫਿਰ ਰਿਪੋਰਟਿੰਗ ਤੋਂ ਬਾਅਦ ਸਾਡਾ ਕੰਪਨਸੇਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ। ਜੀ, ਜੈ ਸਾਹਿਬ, ਜਿਸ ਤਰ੍ਹਾਂ ਗੱਲ ਤੁਸੀਂ ਕੀਤੀ ਹੈ, 2 ਕਿਸਮ ਦਾ ਹੈ ਕਿ ਇੱਕ ਤੇ ਸੈਂਟਰ ਦੀ ਸਕੀਮ ਹੈ ਨਾਲਸਾ ਦੇ ਅੰਡਰ, ਇੱਕ ਸਟੇਟ ਦੀ ਸਕੀਮ ਹੈਗੀ ਜੀ। ਜਿਹੜੀ ਸਟੇਟ ਦੀ ਸਕੀਮ ਹੈਗੀ ਉਹਦੇ ਵਿੱਚ ਇਹ ਔਰਤਾਂ ਵਾਲਾ ਵੀ ਆਉਂਦਾ ਹੈ ਜਾਂ ਨਹੀਂ ਆਉਂਦਾ ਉਹਦੇ ਵਿੱਚ? ਦੇਖੀਏ, ਕਿਉਂਕਿ ਜਿਹੜੀ ਪੰਜਾਬ ਦੀ ਵਿਕਟਮ ਕੰਪਨਸੇਸ਼ਨ ਸਕੀਮ ਹੈ, ਅਪਰਾਧ ਪੀੜਤਾ ਸਕੀਮ ਹੈ ਜੀ, ਉਹ ਸਕੀਮ 2017 ਵਿੱਚ ਬਣੀ ਸੀ। ਉਦੋਂ 2018 ਵਾਲੀ ਸਕੀਮ ਹੋਂਦ ਵਿੱਚ ਨਹੀਂ ਆਈ ਸੀਗੀ ਜਿਹੜੀ ਕਿ ਨਾਲਸਾ ਦੀ ਸਕੀਮ ਹੈ। ਇਸ ਕਰਕੇ ਉਦੋਂ ਤਾਂ ਸਾਰੇ ਹੀ ਆਉਂਦੇ ਸੀ,
ਬਟ ਸਬਸੀਕੁਐਂਟਲੀ ਬਾਅਦ ਵਿੱਚ ਕਿਉਂਕਿ ਹੁਣ ਨਾਲਸਾ ਦੀ ਸਕੀਮ ਆ ਚੁੱਕੀ ਹੈ, ਇਸ ਕਰਕੇ ਸਾਰੀਆਂ ਔਰਤਾਂ ਤੇ ਜੋ ਵੀ ਇਹ ਕ੍ਰਾਈਮ ਹੁੰਦੇ ਨੇ, ਅਪਰਾਧ ਪੀੜਤਾਂ ਨੇ, ਤਾਂ ਉਹਨਾਂ ਨੂੰ ਜਿਹੜੀ ਕੰਪਨਸੇਸ਼ਨ ਹੈ, ਮੁਆਵਜ਼ਾ ਉਹਨਾਂ ਨੂੰ 2018 ਵਾਲੀ ਨਾਲਸਾ ਸਕੀਮ ਤਹਿਤ ਦਿੱਤਾ ਜਾਂਦਾ। ਸੋ ਜੇਕਰ ਔਰਤ ਤੇ ਕੋਈ ਹਿੱਟ ਐਂਡ ਰਨ ਵਾਲਾ ਕੇਸ ਹੈ, ਉਹ ਵੀ ਉਸੇ 'ਚ ਹੀ ਰਹੇਗਾ ਜਾਂ ਉਹ ਪੰਜਾਬ 'ਚ ਹੀ ਰਹੇਗਾ? ਨਹੀਂ, ਜਿਹੜਾ ਜਿਵੇਂ 304A ਦਾ ਕੇਸ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਕਿ ਕੋਈ ਹਿੱਟ ਐਂਡ ਰਨ ਕਰਕੇ ਭੱਜ ਗਿਆ ਜੀ, ਕਿਉਂਕਿ ਉਹ ਉਸ ਸਿਨਾਰੀਓ ਵਿੱਚ ਔਰਤ ਹੈ ਜਿਹੜੀ ਉਹ ਵਿਕਟਿਮ ਹੈ, ਉਹਦੀ ਡੈਥ ਹੋਈ ਹੈ, ਲਾਸ ਆਫ ਲਾਈਫ ਹੋਈ ਹੈ। ਸੋ ਉਹਨਾਂ ਦੇ ਵਾਰਸਾਂ ਨੂੰ ਜੋ ਸ਼ਡਿਊਲ ਨਾਲਸਾ ਦੀ ਸਕੀਮ ਹੈ ਉਹਦੇ ਮੁਤਾਬਕ ਹੀ ਮਿਲੇਗਾ। ਹਾਂਜੀ, ਮਿਨੀਮਮ ਉਹਦੇ ਵਿੱਚ 5 ਲੱਖ ਹੈ ਤੇ ਮੈਕਸਿਮਮ 10 ਲੱਖ ਹੈ ਜੇ ਉਹਨਾਂ ਦੀ ਦਰਾਂ ਦੀ ਗੱਲ ਕਰੀਏ। ਤੇ ਜੇ ਕੋਈ ਹੋਰ ਇਸ ਤਰ੍ਹਾਂ ਦਾ ਹੁੰਦਾ ਹੈ ਅਪਰਾਧ, ਜਿਵੇਂ ਮਰਡਰ ਹੈ, ਕਿਸੇ ਮਰਦ ਦੇ ਨਾਲ, ਬੰਦਿਆਂ ਨਾਲ ਹੁੰਦਾ ਜਿਹੜਾ ਜੀ, ਉਹ ਪੰਜਾਬ ਵਿਕਟਮ ਕੰਪਨਸੇਸ਼ਨ ਜਿਹੜੀ ਪੰਜਾਬ ਦੀ ਸਕੀਮ ਹੈ, ਅਪਰਾਧ ਪੀੜਤਾ ਕੰਪਨਸੇਸ਼ਨ ਸਕੀਮ ਹੈ, ਮੁਆਵਜ਼ਾ ਸਕੀਮ ਹੈ, ਉਹਦੇ ਤਹਿਤ ਆਏਗਾ। ਜੀ ਜੀ। ਇਹਦੇ ਵਿੱਚ ਕਿਹੜੇ ਕਿਹੜੇ ਅਪਰਾਧ ਆ ਸਕਦੇ ਆ? ਜਿਵੇਂ ਆਪਾਂ ਸੜਕ ਦੀ ਗੱਲ ਕੀਤੀ ਆ, ਕੋਈ ਤੁਹਾਨੂੰ ਹਿੱਟ ਕਰ ਮਾਰ ਕੇ ਭੱਜ ਗਿਆ, ਬੰਦੇ ਦੀ ਲੱਤ ਟੁੱਟ ਗਈ ਜਾਂ ਉਹਨੂੰ ਬਹੁਤ ਇੰਜਰੀ ਹੋ ਗਈ ਜੀ, ਇਸ ਤੋਂ ਇਲਾਵਾ ਹੋਰ ਅਪਰਾਧ ਵੀ ਆ ਜਾਂਦੇ ਆ ਇਹਦੇ ਵਿੱਚ? ਜੇ ਪੰਜਾਬ ਵਿਕਟਮ ਕੰਪਨਸੇਸ਼ਨ ਸਕੀਮ ਦੀ 2017 ਵਾਲੀ ਦੀ ਗੱਲ ਕਰੀਏ, ਉਹਦੇ ਜਿਵੇਂ ਲਾਸ ਆਫ ਲਾਈਫ ਹੈ, ਜੇ ਮਰਡਰ ਹੋ ਜਾਂਦਾ ਉਹ ਆ ਗਿਆ ਜੀ। ਫਿਰ ਪਰਮਨੈਂਟ ਡਿਸੇਬਿਲਿਟੀ ਜੇ ਹੋ ਜਾਂਦੀ ਹੈ, ਉਹਦੇ 'ਚ ਅਲੱਗ ਤੋਂ ਉਹਨਾਂ ਨੇ ਦਰ ਬਣਾਈ ਹੋਈ ਹੈ ਵੀ ਉਹਦੇ 'ਚ ਕਿੰਨਾ ਕੰਪਨਸੇਸ਼ਨ ਦਿੱਤਾ ਜਾਣਾ ਹੈ। ਸੋ ਐਵੇਂ ਉਹਦੇ 'ਚ ਐਸਿਡ ਅਟੈਕ ਦਾ ਵੀ ਹੈਗਾ, ਕਿਉਂਕਿ ਉਸ ਟਾਈਮ ਤੇ ਜਦੋਂ ਇਹ ਸਕੀਮ ਬਣੀ ਸੀ, ਉਸ ਟਾਈਮ ਤੇ ਤਾਂ ਨਾਲਸਾ ਵਾਲੀ ਸਕੀਮ ਨਹੀਂ ਸੀ। ਉਸ ਟਾਈਮ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਸਾਰੇ, ਚਾਹੇ ਉਹ ਲੇਡੀਜ਼ ਨੇ, ਚਾਹੇ ਵਿਮਨ ਹੈ, ਚਾਹੇ ਉਹ ਮੇਲ ਹੈ, ਉਹਨਾਂ ਨੂੰ ਸਾਰਿਆਂ ਨੂੰ ਇਹ ਕਵਰ ਕਰਦੀ ਸੀ ਸਕੀਮ। ਸੋ ਉਹ ਸਕੀਮ 'ਚ ਐਸਿਡ ਅਟੈਕ ਵੀ ਆਉਂਦਾ ਸੀ, ਉਹ ਸਕੀਮ 'ਚ ਰੇਪ ਵੀ ਆਉਂਦਾ ਸੀ, ਉਹ ਸਕੀਮ 'ਚ ਗੈਂਗ ਰੇਪ ਵੀ ਆਉਂਦਾ ਸੀ, ਉਹ ਸਕੀਮ 'ਚ ਫਿਜ਼ੀਕਲ ਅਬਿਊਜ਼ ਆਫ ਮਾਈਨਰ ਵੀ ਆਉਂਦਾ ਸੀ, ਤੇ ਉਹਦੇ 'ਚ ਮਰਡਰ, ਲਾਸ ਆਫ ਲਾਈਫ ਕਹਿ ਲਈਏ, ਇਹ ਸਾਰੇ ਆਉਂਦੇ ਸੀ। ਜਿਵੇਂ ਕਿਸੇ ਦੀ ਅੱਜ ਕੱਲ੍ਹ ਅਕਸਰ ਵੇਖਿਆ ਕਿ ਲੋਕ ਲੜ ਪੈਂਦੇ ਨੇ ਬਾਜ਼ਾਰ 'ਚ, ਮੋਟਰਸਾਈਕਲ ਕਾਰ ਕ੍ਰਾਸਿੰਗ ਕਰਨ ਵੇਲੇ, ਓਵਰਟੇਕ ਕਰਨ ਵੇਲੇ ਲੜ ਪਏ ਲੋਕ, ਤੇ ਉਸ ਵੇਲੇ ਲੜਾਈ ਕਰਨ ਤੋਂ ਬਾਅਦ ਦੂਸਰਾ ਵਿਅਕਤੀ ਉਹਨੂੰ ਮਾਰ ਕੇ ਭੱਜ ਗਿਆ ਜੀ, ਇਸ ਤਰ੍ਹਾਂ ਦੇ ਵੀ ਆ ਸਕਦੇ ਇਹਦੇ ਜੀ। ਵਿੱਚ? ਇਹ ਕਿਉਂਕਿ 302 ਦਾ ਮਾਮਲਾ ਦਰਜ ਹੋਊਗਾ, ਇਹਦੇ ਵਿੱਚ ਮਰਡਰ ਦਾ ਕੇਸ ਰਜਿਸਟਰ ਹੋਊਗਾ। ਸੋ ਇਹਦੇ 'ਚ ਸਰਟਨਲੀ ਜਿਹੜੀ ਹੈਗੀ ਹੈ 302 ਦੇ ਕਾਰਨ, ਸੋ ਲਾਸ ਆਫ ਲਾਈਫ 'ਚ ਕਵਰ ਹੋਊਗਾ ਉਹਨਾਂ ਦਾ ਸ਼ਡਿਊਲ 'ਚ ਜਿਹੜਾ ਦਿੱਤਾ ਹੈ, ਜੋ ਕਿ ਪੰਜਾਬ ਵਿਕਟਮ ਕੰਪਨਸੇਸ਼ਨ ਦੇ ਸਕੀਮ ਮੁਤਾਬਕ 2 ਲੱਖ ਰੁਪਇਆ ਹੈ, ਜੋ ਘੱਟੋ ਘੱਟ ਰਾਸ਼ੀ ਉਹਨਾਂ ਨੂੰ ਮਾਇਕ ਸਹਾਇਤਾ ਮਿਲਣੀ ਹੈ ਜੀ ਉਹਨਾਂ ਦੇ ਵਾਸਤੇ। ਸੋ ਇਹ ਤੇ ਬਹੁਤ ਵਧੀਆ ਗੱਲ ਹੈ ਕਿ ਇਸ ਤਰ੍ਹਾਂ ਦੀ ਸਰਕਾਰ ਕੋਲੇ ਸਕੀਮ ਹੈ। ਬਹੁਤ ਸਾਰੇ ਲੋਕਾਂ ਨੂੰ ਕਈ ਵਾਰੀ ਜਾਣਕਾਰੀ ਨਹੀਂ ਹੁੰਦੀ ਜੀ। ਸੋ ਇਹਦੇ ਬਾਰੇ ਵਿਸਥਾਰ 'ਚ ਜਿਹੜੇ ਸਾਡੇ ਦਰਸ਼ਕ ਨੇ ਉਹ ਜਾਣਕਾਰੀ ਆਪਣੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ 'ਚੋਂ ਜਾ ਕੇ ਵੀ ਲੈ ਸਕਦੇ ਆ ਵਿਸਥਾਰ ਦੇ ਵਿੱਚ। ਸਾਡਾ ਇੱਥੇ ਜੱਜ ਸਾਹਿਬ ਨੂੰ ਬੁਲਾ ਕੇ ਗੱਲ ਕਰਨ ਦਾ ਮਕਸਦ ਦੇਣਾ ਹੈ ਕਿ ਇਸ ਸਕੀਮ ਦੇ ਸਕੂਪ ਬਾਰੇ ਕਿ ਤੁਸੀਂ ਇਸ ਤਰ੍ਹਾਂ ਦੀ ਸਕੀਮ ਦਾ ਫਾਇਦਾ ਉਠਾ ਸਕਦੇ ਹੋ ਜੀ। ਹੁਣ ਗੱਲ ਇਹ ਆਉਂਦੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਰਿਪੋਰਟ ਤਾਂ ਲਿਖਾ ਦਿੱਤੀ, ਉਸ ਤੋਂ ਬਾਅਦ ਅਸੀਂ ਕਰਨਾ ਕੀ ਹੈ ਅੱਗੇ ਜੀ। ਹਾਂਜੀ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਾਰੇ ਵੈਸੇ ਤੇ ਬਹੁਤ ਪ੍ਰਚਾਰ ਹੋ ਚੁੱਕਿਆ ਹੈ, ਬਹੁਤ ਸਾਰੇ ਲੋਕਾਂ ਨੂੰ ਪਤਾ, ਪਰ ਹਾਲੇ ਵੀ ਵੱਡੀ ਗਿਣਤੀ 'ਚ ਹੈ ਜਿਨ੍ਹਾਂ ਨੂੰ ਇਹਨਾਂ ਸਕੀਮਾਂ ਦਾ ਸ਼ਾਇਦ ਨਹੀਂ ਪਤਾ ਹੋਏਗਾ ਜੀ, ਜਾਂ ਥੋੜਾ ਬਹੁਤਾ ਪਤਾ ਹੋਏਗਾ। ਸੋ ਅਸੀਂ ਜਾਣਨਾ ਚਾਹਾਂਗੇ ਜਿਹੜੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੈ ਕਿਸ ਪੱਧਰ ਤੇ ਕੰਮ ਕਰ ਰਹੀ ਹੈ, ਕਿਵੇਂ ਲੋਕ ਇਹਦਾ ਫਾਇਦਾ ਉਠਾ ਸਕਦੇ ਆ, ਖਾਸ ਤੌਰ ਤੇ ਇਹਨਾਂ ਕੇਸਾਂ ਦੇ ਵਿੱਚ ਤੇ ਹੋਰਾਂ 'ਚ ਵੀ। ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੰਜਾਬ ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਸਥਾਪਿਤ ਕੀਤੀਆਂ ਗਈਆਂ ਨੇ ਜੀ। ਤੇ ਇਹ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਜਿਹੜੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਹੈ ਉਹਦੇ ਹੇਠ ਕੰਮ ਕਰ ਰਹੀ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਹੈ ਜਿਹੜੀ ਕਿ ਪੂਰੇ ਸੂਬੇ ਦੀ ਜਾਂ ਪੂਰੇ ਰਾਜ ਦੀ ਇੱਕ ਪੱਧਰ ਸਟੇਟ ਲੈਵਲ ਦੀ ਅਥਾਰਟੀ ਹੈ। ਉਹ ਨਾਲਸਾ ਜਿਹੜੀ ਫਰਦਰ ਕੀ ਸੈਂਟਰ ਲੈਵਲ ਤੇ ਹੈ ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਉਹਨਾਂ ਦੇ ਹੇਠ ਕੰਮ ਕਰ ਰਹੀ ਹੈ। ਸੋ ਇਹ ਜਿਹੜਾ ਬਰੀਫ ਮੈਂ ਹਾਇਰਾਰਕੀ ਦੱਸ ਰਿਹਾ ਕਿ ਪਹਿਲਾਂ ਨਾਲਸਾ ਹੈ ਸੈਂਟਰ ਲੈਵਲ ਤੇ, ਸਟੇਟ ਲੈਵਲ ਤੇ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਆ ਗਈ, ਤੇ ਜ਼ਿਲ੍ਹੇ ਦੀ ਗੱਲ ਕਰੀਏ, ਜ਼ਿਲ੍ਹਾ ਪੱਧਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਆ ਗਈਆਂ। ਸੋ ਇਹ ਜਿਹੜੀਆਂ ਅਥਾਰਟੀਆਂ ਨੇ, ਕਚਹਿਰੀਆਂ ਜਿਹੜੀਆਂ ਹੈਗੀਆਂ ਨੇ, ਡਿਸਟ੍ਰਿਕਟ ਕੋਰਟਸ ਨੇ, ਉਹਨਾਂ ਨਾਲ ਜਾਂ ਕਈ ਥਾਵਾਂ ਤੇ ਵਿੱਚ ਹੀ ਨੇ, ਕਈ ਥਾਵਾਂ ਤੇ ਉਹਨਾਂ ਦੇ ਨਾਲ ਇਹਨਾਂ ਦੀਆਂ ਸੈਪਰੇਟ ਬਿਲਡਿੰਗਸ, ADR ਸੈਂਟਰ ਵੀ ਕਿਹਾ ਜਾਂਦਾ, ਉੱਥੇ ਸਥਾਪਿਤ ਨੇ। ਤੇ ਇਹਨਾਂ ਵਿੱਚ ਸਾਡੇ ਇੱਕ ਫਰੰਟ ਆਫਿਸਿਸ ਨੇ, ਉਹ ਸਬ ਡਿਵੀਜ਼ਨ ਲੈਵਲ ਤੇ ਵੀ ਹੈ। ਜਿਵੇਂ ਸਾਡੇ ਰੋਪੜ ਦੀ ਗੱਲ ਕਰੀਏ ਤਾਂ ਸਾਡਾ ਅਨੰਦਪੁਰ ਸਾਹਿਬ ਸਬ ਡਿਵੀਜ਼ਨ ਹੈ, ਨੰਗਲ ਸਬ ਡਿਵੀਜ਼ਨ ਹੈ, ਉੱਥੇ ਦੋਨੇ ਥਾਂ ਤੇ ਫਰੰਟ ਆਫਿਸਿਸ हैं ਜੋ ਕਿ ਕਚਹਿਰੀ ਜਿਹੜੀ ਸਬ ਡਿਵੀਜ਼ਨ ਦੀਆਂ ਕਚਹਿਰੀਆਂ ਨੇ ਉਹਨਾਂ ਦੇ ਵਿੱਚ ਹੀ ਹਨ। ਸੋ ਇਹ ਫਰੰਟ ਆਫਿਸ ਤੇ ਜਾ ਕੇ ਮਿਲਿਆ ਜਾ ਸਕਦਾ। ਸਾਡੇ ਫਰੰਟ ਆਫਿਸ ਵਿੱਚ ਪੈਰਾ ਲੀਗਲ ਵੋਲੰਟੀਅਰ ਇੱਕ ਬੈਠੇ ਹੁੰਦੇ ਨੇ, ਤੇ ਨਾਲ ਸਾਡੇ ਇੱਕ ਪੈਨਲ ਐਡਵੋਕੇਟ ਹੁੰਦੇ ਨੇ ਜੋ ਕਿ ਲੀਗਲ ਐਡਵਾਈਸ ਦੇਣ ਲਈ ਵੀ ਬੈਠੇ ਹੁੰਦੇ ਨੇ। ਉਹਨਾਂ ਨੂੰ ਆ ਕੇ ਜਿਹੜਾ ਵੀ ਕੋਈ ਡਿਪੈਂਡੈਂਟ ਹੈ, ਲੀਗਲ ਹੀਅਰ ਹੈ ਜਾਂ ਕੋਈ ਵੀ ਵਿਕਟਿਮ ਹੈ, ਉਹ ਉੱਥੇ ਆ ਸਕਦਾ ਹੈ ਤੇ ਰਿਪੋਰਟ ਕਰ ਸਕਦਾ ਕਿ ਸਾਡੇ ਨਾਲ ਇਹ ਹੋਇਆ।
ਕ੍ਰਾਈਮ ਹੋਇਆ ਅਸੀਂ ਰਿਪੋਰਟ ਕਰਤੀ ਹੈ ਤੇ ਹੁਣ ਅਸੀਂ ਮੁਆਵਜ਼ਾ ਲੈਣਾ ਚਾਹੁੰਦੇ ਹਾਂ। ਸੋ ਬਣਦਾ ਦੇਖ ਕੇ ਕਿ ਇੰਟਰਮ ਕੰਪਨਸੇਸ਼ਨ ਜੇ ਐਡਮਿਸਿਬਲ ਹੈ ਤਾਂ ਇੰਟਰਮ ਕੰਪਨਸੇਸ਼ਨ ਦਵਾਇਆ ਜਾਂਦਾ ਹੈ ਤੇ ਜੇ ਫਾਈਨਲ ਕੰਪਨਸੇਸ਼ਨ ਹੈ। ਇੱਥੇ ਮੈਂ ਦੱਸਣਾ ਚਾਹਾਂਗਾ, ਇਹ ਵਰਣਨਯੋਗ ਹੈ ਕਿ ਜਿਹੜੀ ਵਿਕਟਮ ਕੰਪਨਸੇਸ਼ਨ ਹੈ ਉਹਦੇ ਲਈ ਜਦੋਂ ਕ੍ਰਾਈਮ ਹੋ ਗਿਆ, ਕ੍ਰਾਈਮ ਕੋਰਟ 'ਚ ਆ ਗਿਆ, ਕੋਰਟ 'ਚ ਕੇਸ ਚੱਲ ਪਿਆ, ਉਹਦੀ ਕੋਰਟ ਦੀ ਰეკਮੈਂਡੇਸ਼ਨ ਜ਼ਰੂਰੀ ਹੈ। ਜਿੱਥੇ ਅਫੈਂਡਰ ਆਈਡੈਂਟੀਫਾਈਡ ਹੈ, ਵਿਕਟਮ ਵੀ ਆਈਡੈਂਟੀਫਾਈਡ ਹੈ, ਅਪਰਾਧ ਪੀੜਤ ਹੈ ਉਹ ਵੀ ਆਈਡੈਂਟੀਫਾਈਡ ਹੈ, ਮੁਲਜ਼ਮ ਜਿਹਨੇ ਕੀਤਾ ਉਹ ਵੀ ਆਈਡੈਂਟੀਫਾਈਡ ਹੈ, ਪਤਾ ਕਿ ਇਹਨੇ ਕੀਤਾ, ਤਾਂ ਉਹਨਾਂ ਤੇ ਕੇਸ ਚੱਲਦਾ। ਜਦੋਂ ਕੇਸ ਦੇ ਦੌਰਾਨ ਗਵਾਹੀਆਂ ਹੋ ਗਈਆਂ ਉਸ ਤੋਂ ਬਾਅਦ ਕੋਰਟ ਨੇ ਉਹਨਾਂ ਨੂੰ ਸਜ਼ਾ ਸੁਣਾਈ ਹੈ। ਸਜ਼ਾ ਸੁਣਾਉਣ ਵੇਲੇ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਨੂੰ ਰეკਮੈਂਡੇਸ਼ਨ ਕਰਦੇ ਨੇ ਕਿ ਇਹਦੇ 'ਚ ਆਪਣਾ ਮੋਨਿਟਰੀ ਕੰਪਨਸੇਸ਼ਨ ਜਿਹੜਾ ਬਣਦਾ ਹੈ, ਇਸ ਕਰਕੇ ਕੰਪਨਸੇਸ਼ਨ ਸਕੀਮ ਹੈ ਜਿਹੜੀ ਉਹਦੇ ਤਹਿਤ ਇਹਨਾਂ ਨੂੰ ਵਿਕਟਮ ਨੂੰ, ਅਪਰਾਧ ਪੀੜਤ ਨੂੰ ਕੰਪਨਸੇਸ਼ਨ ਮੁਆਵਜ਼ਾ ਦਿੱਤਾ ਜਾਵੇ। ਸੋ ਉਹ ਤੋਂ ਬਾਅਦ ਜਦੋਂ ਸਾਡੇ ਕੋਲ ਆ ਜਾਂਦਾ ਹੈ ਤਾਂ ਅਸੀਂ ਉਹਨਾਂ ਦੇ ਜਿਹੜੇ ਬਰੀਫ ਇੱਕ ਇਨਕੁਆਇਰੀ ਕਰਦੇ ਹਾਂ ਛੋਟੀ ਜੀ, ਜੋ ਕਿ 60 ਦਿਨਾਂ ਦੇ ਅੰਦਰ ਅੰਦਰ ਕਨਕਲੂਡ ਕਰਨੀ ਹੁੰਦੀ ਹੈ। ਇਸ ਵਿੱਚ ਅਸੀਂ ਉਹਨਾਂ ਦੇ ਆਈਡੈਂਟੀਫਿਕੇਸ਼ਨ ਦੇਖਦੇ ਹਾਂ ਕਿ ਵਿਕਟਮ ਉਹੀ ਹੈ ਤੇ ਕੀ ਉਹਦੇ ਨਾਲ ਹੋਇਆ। ਤੇ ਇੱਕ ਇੰਪੋਰਟੈਂਟ ਚੀਜ਼ ਹੈ ਕਿ ਇਹਦੇ 'ਚ ਡਿਪੈਂਡੈਂਸੀ ਸਰਟੀਫਿਕੇਟ ਜਿਹੜਾ ਨਿਰਭਰਤਾ ਸਰਟੀਫਿਕੇਟ ਹੈ ਉਹ ਡਿਪਟੀ ਕਮਿਸ਼ਨਰ ਜਾਂ ਕਲੈਕਟਰ ਤੋਂ ਲੈਣਾ ਹੁੰਦਾ ਹੈ, ਵਾਰਸਾਂ ਨੇ ਜਾਂ ਵਿਕਟਮ ਨੇ ਖੁਦ। ਸੋ ਜਦੋਂ ਵਾਰਸ ਉੱਥੇ ਅਪਲਾਈ ਕਰਦੇ ਨੇ, ਇਹ ਦੋਨੋਂ ਸਕੀਮਾਂ ਦੇ ਮੁਤਾਬਕ ਡਿਪਟੀ ਕਮਿਸ਼ਨਰ ਓਬਲਾਈਜ਼ਡ ਹੈ ਕਿ ਉਹ 15 ਦਿਨ 'ਚ ਸਰਟੀਫਿਕੇਟ ਜਾਰੀ ਕਰਨ। ਤੇ ਨਾਲਸਾ ਦੀ 2018 ਦੀ ਸਕੀਮ ਤਹਿਤ ਜੇਕਰ ਉਹ 15 ਦਿਨਾਂ 'ਚ ਸਕੀਮ 'ਚ ਨਿਰਭਰਤਾ ਸਰਟੀਫਿਕੇਟ ਨਹੀਂ ਆਉਂਦਾ ਤਾਂ ਅਸੀਂ ਵਾਰਸਾਂ ਦਾ ਇੱਕ ਐਫੀਡੇਵਿਟ ਲੈ ਲੈਂਦੇ ਹਾਂ ਕਿ ਅਸੀਂ ਵਾਰਸ ਹਾਂ, ਉਹਦੇ ਬੇਸਿਸ ਤੇ ਅਸੀਂ ਕਲੇਮ ਡਿਸਾਈਡ ਕਰਦੇ ਜੀ। ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਜਿਹੜੀ ਰਿਪੋਰਟ ਹੋਣੀ ਚਾਹੀਦੀ ਹੈ ਜੀ, ਤਾਂ ਤੁਹਾਨੂੰ ਜਿਹੜਾ ਉਹ ਕੰਪਨਸੇਸ਼ਨ ਮਿਲੇਗਾ। ਕਈ ਵਾਰ ਇਸ ਤਰ੍ਹਾਂ ਦੇ ਵੀ ਹੁਣ ਕੇਸ ਪਿਛਲੇ ਸਮੇਂ ਦੇ ਦੌਰਾਨ ਆ ਚੁੱਕਿਆ ਹੈ ਕਿ ਵਿਕਟਮ ਰੇਪ ਕੇਸ ਕਰਾਉਣ ਜਾਂਦੇ ਆ ਉੱਥੇ ਦੱਸਣ ਵਾਸਤੇ, ਰਿਪੋਰਟ ਕਰਨ ਵਾਸਤੇ, ਪਰ ਦੂਸਰੀ ਪਾਰਟੀ ਨੂੰ ਪਤਾ ਲੱਗ ਜਾਂਦਾ ਇਨਫਲੂਐਂਸ਼ੀਅਲ ਹੈ, ਉਹਦੀ ਪੁਲਿਸ ਦੀ ਹੈ, ਪੋਲੀਟੀਕਲ ਹੈ, ਉਹ ਕਈ ਵਾਰੀ ਪ੍ਰੈਸ਼ਰ ਪਾ ਕੇ ਪੁਲਿਸ ਉਹਨਾਂ ਨੂੰ ਡਿਲੇ ਕਰਦੀ ਹੈ ਜੀ, ਉਹਨਾਂ ਦੀ ਗੱਲ ਨਹੀਂ ਸੁਣਦੀ। ਤੇ ਉਸ ਸਥਿਤੀ ਵਿੱਚ ਲੋਕ ਕੀ ਕਰ ਸਕਦੇ ਆ? ਉਸ ਸਥਿਤੀ 'ਚ ਪਹਿਲਾਂ ਤਾਂ ਇਹ ਹੈ ਜੀ, ਜਿਹੜੇ ਉੱਚ ਅਧਿਕਾਰੀ ਨੇ, ਜਿਵੇਂ ਪਹਿਲਾਂ ਇਨੀਸ਼ੀਅਲੀ ਆਪਾਂ ਕ੍ਰਾਈਮ ਰਿਪੋਰਟ ਕਰਨ SHO ਕੋਲ ਜਾਂਦੇ ਹਾਂ, ਸਟੇਸ਼ਨ ਹਾਊਸ ਆਫਿਸਰ ਹੈ ਜਿਹੜਾ, ਤਾਂ ਜੇ ਉਹ ਨਹੀਂ ਦਰਜ ਕਰਦਾ ਤਾਂ ਐਪਲੀਕੇਸ਼ਨ ਹੈ ਜਿਹੜੀ SSP ਸਾਹਿਬ ਨੂੰ ਦਿੱਤੀ ਜਾ ਸਕਦੀ ਹੈ ਤੇ ਨਾਲ ਉਹਦੀ ਕਾਪੀ DGP ਸਾਹਿਬ ਨੂੰ ਭੇਜੀ ਜਾ ਸਕਦੀ ਹੈ ਜੀ। ਜੇ ਫਿਰ ਵੀ ਨਹੀਂ ਦਰਜ ਹੁੰਦਾ ਤਾਂ ਸਾਡੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਆਫਿਸ ਅਪਰੋਚ ਕੀਤਾ ਜਾ ਸਕਦਾ ਹੈ, ਜਿੱਥੇ ਕਿ ਅਸੀਂ ਫਿਰ ਉਹਨਾਂ ਦੀ ਮਦਦ ਕਰਾਂਗੇ। ਅਸੀਂ ਵੀ ਐਪਲੀਕੇਸ਼ਨ SSP ਸਾਹਿਬ ਨੂੰ ਲਿਖ ਸਕਦੇ ਹਾਂ। ਉਹਨਾਂ ਦਾ ਕੇਸ, ਜਿਹੜੀ ਐਪਲੀਕੇਸ਼ਨ ਸਾਡੇ ਕੋਲ ਆਉਂਦੀ ਹੈ ਉਹ ਐਜ਼ ਅ ਰਿਕੁਐਸਟ ਦੀ ਤੌਰ ਤੇ ਅਸੀਂ ਭੇਜਦੇ ਹਾਂ ਕਿ ਇਹ ਕ੍ਰਾਈਮ ਹੋਇਆ। ਵੈਸੇ ਅੱਜ ਦੀ ਗੱਲ ਕਰੀਏ, ਜਿਵੇਂ ਮਾਨਯੋਗ ਸੁਪਰੀਮ ਕੋਰਟ ਦੀਆਂ ਵੱਖ-ਵੱਖ ਗਾਈਡਲਾਈਨਸ ਆ ਚੁੱਕੀਆਂ ਨੇ, ਜਿਹੜੇ ਰੇਪ ਕੇਸਿਸ ਹੈ, ਰੇਪ ਕੇਸਿਸ 'ਚ ਨਾ ਤਾਂ ਪੁਲਿਸ ਨਾ ਇਨਕਾਰ ਕਰ ਸਕਦੀ ਹੈ FIR ਦਰਜ ਕਰਨ ਤੋਂ, ਤੇ ਨਾ ਹੀ ਡਿਲੇ ਥੋੜਾ ਬਹੁਤਾ ਡਿਲੇ 2-4 ਦਿਨ ਦਾ ਹੋ ਸਕਦਾ, ਬਟ ਇਹ ਇਨਆਰਡੀਨੇਟ ਡਿਲੇ, ਬਹੁਤ ਜ਼ਿਆਦਾ ਵੱਡਾ ਡਿਲੇ ਨਹੀਂ ਹੋ ਸਕਦਾ, ਕਿਉਂਕਿ ਸਾਰੀਆਂ ਅਥਾਰਟੀਜ਼ ਨੂੰ, ਚਾਹੇ ਪੁਲਿਸ ਅਥਾਰਟੀਜ਼ ਹੈ, ਉਹਨਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਿ ਰੇਪ ਕੇਸਿਸ ਵਿੱਚ ਮਤਲਬ ਪਰਚਾ ਦਰਜ ਕਰਨ ਉਪਰੰਤ ਉਹਨਾਂ ਦਾ 164 ਦਾ ਬਿਆਨ ਲਿਖਿਆ ਜਾਣਾ ਹੈ ਤੇ ਮੈਡੀਕਲ ਕਰਾਉਣਾ ਕੰਪਲਸਰੀ ਹੈ, ਮੈਂਡੇਟਰੀ ਹੈ। ਜੀ ਜੀ। ਇਹ ਜਿਵੇਂ ਗੱਲ ਤੁਸੀਂ ਆਪਾਂ ਰੇਪ ਵਾਲੀ ਵੀ ਪਹਿਲਾਂ ਕੀਤੀ ਸੀ, ਕੋਈ ਕਿ ਡਿਲੇ ਕਿੰਨੀ ਦੇਰ ਬਾਅਦ ਤੁਸੀਂ ਆਪਣਾ ਅਪਰਾਧ ਜਿਹੜਾ ਉਹ ਰਿਪੋਰਟ ਕਰ ਸਕਦੇ ਹੋ। ਇਸੇ ਤਰ੍ਹਾਂ ਕਈ ਵਾਰੀ ਹਾਦਸਿਆਂ 'ਚ ਵੀ ਹੁੰਦਾ ਹੈ ਜਾਂ ਲੜਾਈ ਵੀ ਹੁੰਦੀ ਹੈ ਕਿ ਉਸ ਵਕਤ ਪਹਿਲਾ ਕੰਮ ਹੁੰਦਾ ਹੈ ਕਿ ਇਨਸਾਨ ਨੂੰ ਹਸਪੀਟਲ ਪਹੁੰਚਾਇਆ ਜਾਵੇ, ਬਚਾਇਆ ਜਾਵੇ, ਫਿਰ ਉਹ ਕਈ ਵਾਰੀ ਦੂਸਰੇ ਹਸਪੀਟਲ ਸ਼ਿਫਟ ਹੋ ਜਾਂਦਾ। ਇਹਦੇ 'ਚ ਕਾਫੀ ਟਾਈਮ ਜਿਹੜਾ ਲੱਗ ਜਾਂਦਾ। ਸੋ ਉਸ ਕੇਸ ਦੇ ਵਿੱਚ ਵੀ ਹਿੱਟ ਐਂਡ ਰਨ ਵਾਲੇ 'ਚ, ਲੜਾਈ ਵਾਲੇ ਵਿੱਚ, ਹਮਲੇ ਵਾਲੇ 'ਚ ਵੀ, ਜਾਂ ਮਰਡਰ ਵਾਲੇ ਕੇਸ 'ਚ ਬਾਅਦ ਦੇ ਵਿੱਚ ਉਹਦੇ 'ਚ ਵੀ ਤੁਸੀਂ ਰਿਪੋਰਟ ਕਰ ਸਕਦੇ ਹੋ। ਜੀ, ਇੱਥੇ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਜਿਹੜੀ ਲਿਮਿਟੇਸ਼ਨ ਹੈ ਅਪਲਾਈ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ, ਉਹ 3 ਸਾਲ ਹੈ। ਕ੍ਰਾਈਮ ਹੋਣ ਦੇ 3 ਸਾਲ ਦੇ ਅੰਦਰ ਅੰਦਰ ਵਿਕਟਮ ਨੇ ਸਾਡੇ ਕੋਲ ਆ ਕੇ ਦੱਸਣਾ ਕਿ ਸਪੋਜ਼ ਹਿੱਟ ਐਂਡ ਰਨ ਕੇਸ ਹੀ ਹੈ। ਹਿੱਟ ਐਂਡ ਰਨ ਕੇਸ 'ਚ ਕੀ ਹੈ ਕਿ ਨਹੀਂ ਪਤਾ ਚੱਲ ਰਿਹਾ ਕਿ ਕਿਸ ਨੇ ਫੇਟ ਮਾਰੀ ਹੈ, ਤਾਂ ਉਹ ਕੈਂਸਲੇਸ਼ਨ ਰਿਪੋਰਟ ਮੂਵ ਹੁੰਦੇ ਹੁੰਦੇ ਸਾਲ ਲੱਗ ਜਾਂਦਾ। ਤਾਂ ਉਸ ਸਾਡੇ ਕੋਲ 3 ਸਾਲਾਂ ਦੇ ਅੰਦਰ ਅੰਦਰ ਅਰਜ਼ੀ ਦੇ ਸਕਦੇ ਹਾਂ ਸੈਕਸ਼ਨ 357A ਦੇ ਤਹਿਤ, ਸਬਸੈਕਸ਼ਨ 4 ਦੇ ਤਹਿਤ। ਤਾਂ ਉਹ ਅਸੀਂ ਫਿਰ ਉਹਨਾਂ ਦੇ ਜਿਹੜੇ ਫੈਕਟਸ ਵੈਰੀਫਾਈ ਕਰਕੇ, IO ਦੇ ਬਿਆਨ ਲਿਖ ਕੇ, ਉਹਨਾਂ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹਨੂੰ ਦੇਖ ਕੇ ਤੇ ਆਪਣਾ ਡਿਪੈਂਡੈਂਸੀ ਸਰਟੀਫਿਕੇਟ ਲੈ ਕੇ ਉਸ ਤੋਂ ਉਪਰੰਤ ਜੋ ਬਣਦੀ, ਜਿਵੇਂ ਲਾਸ ਆਫ ਲਾਈਫ ਪੰਜਾਬ ਵਿਕਟਮ ਕੰਪਨਸੇਸ਼ਨ ਸਕੀਮ ਆ, 2 ਲੱਖ ਦਾ ਮੁਆਵਜ਼ਾ ਕਈ ਕੇਸਾਂ 'ਚ ਦੇ ਚੁੱਕੇ ਹਾਂ। ਜੀ, ਤੁਹਾਡੇ ਕੋਲ ਬਹੁਤ ਸਾਰੇ ਕੇਸ ਜਿਵੇਂ ਆਉਂਦੇ ਹੀ ਹੋਣਗੇ, ਤੁਸੀਂ ਉਹਨਾਂ ਨੂੰ ਡੀਲ ਕਰਦੇ ਹੋ। ਕਈ ਕੇਸਾਂ ਦੇ ਵਿੱਚ ਕੁਝ ਨਾ ਕੁਝ ਕਮੀਆਂ ਰਹਿ ਜਾਂਦੀਆਂ। ਉਹ ਕਮੀਆਂ ਛੋਟੀਆਂ-ਮੋਟੀਆਂ ਕਮੀਆਂ ਕਰਕੇ ਹੀ ਡਿਲੇ, ਜਾਂ ਤਾਂ ਡਿਲੇ ਹੋ ਜਾਂਦਾ ਜਾਂ ਉਹ ਕੰਪਨਸੇਸ਼ਨ ਮਿਲ ਨਹੀਂ ਪਾਉਂਦੀ। ਕੀ ਸਾਡੇ ਦਰਸ਼ਕਾਂ ਦਾ ਧਿਆਨ ਦਿਵਾਉਣਾ ਚਾਹੋਗੇ ਕਿ ਇਹ ਕਮੀਆਂ ਨਹੀਂ ਹੋਣੀਆਂ ਚਾਹੀਦੀਆਂ ਤੁਹਾਡੇ ਕੇਸ ਦੇ ਵਿੱਚ?
ਦਰਸ਼ਕਾਂ ਨੂੰ ਬਸ ਮੈਂ ਇਹੀ ਦੱਸਣਾ ਚਾਹਾਂਗਾ ਕਿ ਪ੍ਰੋਮਪਟ ਰਿਪੋਰਟਿੰਗ ਹੈ ਜਿਹੜੀ, ਪਹਿਲੀ ਗੱਲ ਤਾਂ ਉਹ ਹੋਣੀ ਚਾਹੀਦੀ ਹੈ ਕ੍ਰਾਈਮ ਦੀ। ਦੂਜੀ ਗੱਲ, ਪ੍ਰੋਸੀਕਿਊਸ਼ਨ ਜਦੋਂ ਤੁਸੀਂ ਇੱਕ ਪਰਚਾ ਦਰਜ ਕਰਵਾਤਾ, ਦੇਖਣ 'ਚ ਇਹ ਆਇਆ ਰੇਪ ਕੇਸਿਸ ਦੀ ਗੱਲ ਕਰੀਏ ਜਾਂ ਕਈ, ਫਿਰ ਪਾਰਟੀਆਂ ਦੇ ਪ੍ਰੈਸ਼ਰ ਨਾਲ ਜਾਂ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਪੰਚਾਇਤਾਂ ਇਕੱਠੀਆਂ ਹੋ ਜਾਂਦੀਆਂ, ਉਹਦੇ ਪ੍ਰੈਸ਼ਰ 'ਚ ਫਿਰ ਰਾਜੀਨਾਮਾ ਹੋ ਜਾਂਦਾ ਅਤੇ ਜੋ ਬਿਆਨ ਪਹਿਲਾਂ ਦਿੱਤੇ ਹੁੰਦੇ ਨੇ ਇਨਵੈਸਟੀਗੇਸ਼ਨ ਸਮੇਂ, ਕੋਰਟ 'ਚ ਆ ਕੇ ਉਹ ਬਿਆਨਾਂ ਤੋਂ ਪਾਰਟੀ ਮੁੱਕਰ ਜਾਂਦੀ ਹੈ ਜੀ। ਜਿਹੜਾ ਵਿਕਟਮ ਹੈ ਜਾਂ ਉਹਦੇ ਵਾਰਸ ਹੈ ਉਹ ਤੋਂ ਰਿਜ਼ਾਈਲ ਹੋ ਜਾਂਦੇ ਹੈ। ਇਸ ਸਥਿਤੀ ਵਿੱਚ ਪੰਜਾਬ ਵਿਕਟਮ ਕੰਪਨਸੇਸ਼ਨ ਸਕੀਮ 'ਚ ਇੱਕ ਸਪੈਸ਼ਲ ਪੈਰਾ ਜਿਹਦੇ 'ਚ ਲਿਖਿਆ ਹੋਇਆ ਹੈ ਕਿ ਜੇਕਰ ਇਹੋ ਜਿਹੀ ਸਥਿਤੀ ਹੁੰਦੀ ਹੈ ਤਾਂ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਏਗਾ, ਜੇਕਰ ਬਾਅਦ ਦੇ ਵਿੱਚ ਆ ਕੇ ਉਹ ਆਪਣੇ ਬਿਆਨਾਂ ਤੋਂ ਮੁੱਕਰਦੇ ਨੇ ਜਾਂ ਆਪਣਾ ਉਹ ਆਨਾਕਾਨੀ ਕਰਦੇ ਨੇ, ਡਿਲੇ ਕਰ ਰਹੇ ਆ ਕਿ ਅਸੀਂ ਕੋਰਟ 'ਚ ਆ ਕੇ ਬਿਆਨ ਨਹੀਂ ਦੇਣਾ ਚਾਹੁੰਦੇ। ਜੀ ਸਿਰਫ ਇਸ ਕੇਸ ਦੇ ਵਿੱਚ ਹੈ। ਅਦਰਵਾਈਜ਼ ਤਾਂ ਜੇ ਕ੍ਰਾਈਮ ਕਮਿਟ ਹੋਇਆ, ਕ੍ਰਾਈਮ ਰਿਪੋਰਟ ਹੋਇਆ ਤੇ ਕੱਲ੍ਹ ਨੂੰ ਸਜ਼ਾ ਵੀ ਹੋਈ ਹੈ ਤਾਂ ਉੱਥੇ ਬਸ ਮੈਂ ਇੰਨਾ ਕਹਿਣਾ ਚਾਹੂੰਗਾ ਵੀ ਜੱਜ ਸਾਹਿਬ ਦੇ ਧਿਆਨ ਵਿੱਚ ਲਿਆਉਣ ਕਿ ਜੀ ਸਜ਼ਾ ਕਰਨ ਵੇਲੇ ਕਾਈਂਡਲੀ ਜਿਹੜੀ ਵਿਕਟਮ ਕੰਪਨਸੇਸ਼ਨ ਹੈ ਸਾਨੂੰ ਦਿੱਤੀ ਜਾਵੇ ਤੇ ਰਿਕਮੈਂਡੇਸ਼ਨ DLSA ਨੂੰ ਭੇਜੀ ਜਾਵੇ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ। ਕਿਉਂਕਿ ਕਈ ਕੇਸਾਂ 'ਚ ਦੇਖਣ 'ਚ ਇਹ ਆਇਆ ਹੈ ਕਿ ਸਜ਼ਾ ਵੀ ਹੋਈ ਪਰ ਕੰਪਨਸੇਸ਼ਨ ਲਈ ਰეკਮੈਂਡੇਸ਼ਨ ਨਹੀਂ ਹੋਈ। ਇਹ ਰეკਮੈਂਡੇਸ਼ਨ ਬਹੁਤ ਜ਼ਰੂਰੀ ਹੈ। ਰეკਮੈਂਡੇਸ਼ਨ ਤੋਂ ਬਿਨਾ ਅਸੀਂ ਕ੍ਰਾਈਮ 'ਚ ਨਹੀਂ ਆਪਣਾ ਕੰਪਨਸੇਸ਼ਨ ਦੇ ਸਕਦੇ ਪੰਜਾਬ ਵਿਕਟਮ ਕੰਪਨਸੇਸ਼ਨ ਸਕੀਮ ਦੇ ਤਹਿਤ। ਸੋ ਉਹਦੇ ਲਈ ਜਿਹੜੇ ਵਿਕਟਮਸ ਨੇ ਜਾਂ ਉਹਨਾਂ ਦੇ ਡਿਪੈਂਡੈਂਟਸ ਹੈ, ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਜਦੋਂ ਜਿਸ ਦਿਨ ਸਜ਼ਾ ਸੁਣਾਈ ਜਾਣੀ ਹੈ ਜਾਂ ਫੈਸਲਾ ਸੁਣਾਇਆ ਜਾਣਾ ਉਸ ਦਿਨ ਆਪ ਹਾਜ਼ਰ ਰਹਿਣ ਤੇ ਜੱਜ ਸਾਹਿਬ ਨੂੰ ਬੇਨਤੀ ਕਰਨ ਕਿ ਜੀ ਜੇ ਕਨਵਿਕਸ਼ਨ ਹੁੰਦੀ ਹੈ, ਜੇ ਸਜ਼ਾ ਸੁਣਾਈ ਜਾਂਦੀ ਹੈ ਤਾਂ ਵਿਕਟਮ ਦਾ ਵੀ ਧਿਆਨ ਰੱਖਿਆ ਜਾਏ ਤੇ ਸਾਨੂੰ ਵੀ ਆਪਣਾ ਮੁਆਵਜ਼ਾ ਜਿਹੜਾ ਵਿਕਟਮ ਕੰਪਨਸੇਸ਼ਨ ਸਕੀਮ ਤਹਿਤ ਦਵਾਇਆ ਜਾਵੇ। ਜੀ, ਸੋ ਬਹੁਤ ਕੰਮ ਦੀ ਜਾਣਕਾਰੀ ਸਰ ਹਰਸਿਮਰਨ ਜੀ ਤੁਸੀਂ ਦਿੱਤੀ ਹੈ, ਖਾਸ ਤੌਰ ਤੇ ਕਿ ਜਦੋਂ ਕੋਈ ਪੀੜਤ ਕਿਸੇ ਅਪਰਾਧ ਦਾ ਪੀੜਤ ਹੈ ਉਸ ਨੂੰ ਕਿਵੇਂ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਦੇ ਤਹਿਤ ਜਿਹੜੀ ਆ ਉਹ ਕੰਪਨਸੇਸ਼ਨ ਮੁਆਵਜ਼ਾ ਦਿੱਤਾ ਜਾਂਦਾ, ਮਦਦ ਦਿੱਤੀ ਜਾਂਦੀ ਹੈ ਔਰ ਉਹਦੇ ਲਈ ਜ਼ਿਲ੍ਹਾ ਪੱਧਰ ਤੋਂ ਹੀ ਇਹ ਸਕੀਮ ਸ਼ੁਰੂ ਹੋ ਜਾਂਦੀ ਹੈ। ਜਿਹੜੀ ਆ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੈ ਉਹ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਕਚਹਿਰੀਆਂ ਨੇ ਉੱਥੇ ਸਥਾਪਿਤ ਹੈ, ਤੁਸੀਂ ਉੱਥੋਂ ਲੈ ਸਕਦੇ ਹੋ। ਇੱਥੇ ਤੁਹਾਨੂੰ ਇੱਕ ਅਸੀਂ ਟੈਲੀਫੋਨ ਨੰਬਰ ਦੱਸ ਰਹੇ ਹਾਂ, ਟੋਲ ਫ੍ਰੀ ਨੰਬਰ ਹੈ ਕਿਉਂਕਿ ਅੱਜ ਕੱਲ੍ਹ ਹਰ ਇੱਕ ਕੋਲੇ ਇਹ ਟੈਲੀਫੋਨ ਹੈ। ਸੋ ਉਹਦੇ ਉੱਤੇ ਤੁਸੀਂ ਫੋਨ ਕਰਕੇ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਮਿਲੇਗੀ। ਮੈਂ ਚਾਹਾਂਗਾ ਜੱਜ ਸਾਹਿਬ ਤੁਸੀਂ ਹੀ ਸਾਡੇ ਸਰੋਤ ਦਰਸ਼ਕਾਂ ਨੂੰ ਜਿਹੜਾ ਉਹ ਦੱਸ ਦਿਓ। ਸਾਡਾ ਟੋਲ ਫ੍ਰੀ ਹੈਲਪਲਾਈਨ ਨੰਬਰ ਹੈ 1968 1968, 4 ਅੱਖਰਾਂ ਦਾ, ਬੜਾ ਹੀ ਸਰਲ ਹੈ। ਇਹਦੇ ਤੇ ਅਸੀਂ ਕਦੋਂ ਵੀ, ਇਹ 24/7 ਹੈਲਪਲਾਈਨ ਨੰਬਰ ਹੈ, ਜਦੋਂ ਮਰਜ਼ੀ ਕਾਲ ਕਰ ਸਕਦੇ ਹਾਂ ਤੇ ਜਿਸ ਪ੍ਰਕਾਰ ਦੀ ਵੀ ਜਾਣਕਾਰੀ ਚਾਹੀਦੀ ਹੈ ਉੱਥੋਂ ਉਪਲਬਧ ਹੋਊਗੀ। ਜਿਹੜੇ ਵੀ ਜ਼ਿਲ੍ਹੇ ਦਾ ਕੇਸ ਹੋਊਗਾ, ਜੇ ਉਹਨਾਂ ਨੇ ਕੋਈ ਆਪਣੀ ਸ਼ਿਕਾਇਤ ਵੀ ਦਰਜ ਕਰਨੀ ਹੈ ਤਾਂ ਉਹ ਜ਼ਿਲ੍ਹੇ ਨੂੰ ਟਰਾਂਸਫਰ ਕਰ ਦਿੱਤਾ ਜਾਊਗਾ ਸਟੇਟ ਲੈਵਲ ਤੋਂ ਤੇ ਉਹ ਜ਼ਿਲ੍ਹੇ ਦੇ ਜਿਹੜੇ ਸੈਕਟਰੀ ਨੇ ਫਿਰ ਉਹ ਆਪਣੇ ਆਪ ਉਸ ਕੇਸ ਨੂੰ ਫੋਲੋ ਅਪ ਕਰਨਗੇ। ਜੀ, ਸੋ ਇਹ ਇੱਕ ਨੰਬਰ ਹੈ 1968। ਇਹ ਐਸਾ ਨੰਬਰ ਹੈ ਜਦੋਂ ਤੁਸੀਂ ਮਿਲਾਓਗੇ ਉਹ ਤੁਹਾਡੇ ਜ਼ਿਲ੍ਹੇ 'ਚ ਜਿੱਥੇ ਤੁਸੀਂ ਹੈ ਉਸੇ ਹੀ ਜ਼ਿਲ੍ਹੇ ਨੂੰ ਉਹ ਸ਼ਿਕਾਇਤ ਆਪਣੇ ਆਪ ਉਹ ਕਨੈਕਟ ਹੋ ਜਾਏਗਾ, ਤੁਹਾਡੀ ਜਿਹੜੀ ਸ਼ਿਕਾਇਤ ਉਸ ਜ਼ਿਲ੍ਹੇ ਦੇ ਵਿੱਚ ਹੀ ਜਾ ਕੇ ਦਰਜ ਹੋਏਗੀ। ਸੋ ਸਰਕਾਰ ਦੀਆਂ ਇਹਨਾਂ ਸਕੀਮਾਂ ਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਹੈ, ਖਾਸ ਤੌਰ ਤੇ ਜਦੋਂ ਕੋਈ ਤੁਹਾਨੂੰ ਮਾਰ ਕੇ ਭੱਜ ਜਾਂਦਾ ਹੈ ਜਾਂ ਤੇਜ਼ਾਬੀ ਹਮਲਾ ਹੋ ਜਾਂਦਾ ਹੈ ਜਾਂ ਹੋਰ ਕਿਸੇ ਕਿਸਮ ਨਾਲ ਤੁਹਾਨੂੰ ਨੁਕਸਾਨ ਹੋ ਜਾਂਦਾ ਔਰ ਤੁਹਾਨੂੰ ਪੈਸਿਆਂ ਦੀ ਲੋੜ ਉਸ ਵਕਤ ਹੁੰਦੀ ਹੈ। ਕਈ ਵਾਰੀ ਉਸ ਵਕਤ ਰਿਸ਼ਤੇਦਾਰ ਵੀ ਭੱਜ ਜਾਂਦੇ ਆ, ਪਰ ਸਰਕਾਰਾਂ ਨੇ ਤੁਹਾਡੇ ਵਾਸਤੇ ਇਹ ਪ੍ਰਬੰਧ ਕੀਤਾ ਹੈ। ਤੁਸੀਂ ਕਾਨੂੰਨੀ ਢੰਗ ਦੇ ਨਾਲ ਜਾ ਕੇ ਸਰਕਾਰ ਕੋਲੋਂ ਉਹ ਪੈਸਾ ਲੈ ਕੇ ਆਪਣੇ ਇਲਾਜ ਤੇ ਆਉਣ ਵਾਲੇ ਸਮੇਂ ਲਈ ਆਪਣੀ ਜ਼ਿੰਦਗੀ ਨੂੰ ਚੱਲਦਾ ਰੱਖਣ ਵਾਸਤੇ ਉਹ ਮਦਦ ਸਰਕਾਰ ਤੋਂ ਲੈ ਸਕਦੇ ਹੋ। ਸੋ ਹਰਸਿਮਰਨਜੀਤ ਜੀ, ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਸਾਡੇ ਦਰਸ਼ਕਾਂ ਨਾਲ ਗੱਲਬਾਤ ਕਰਕੇ ਜਿਹੜੀ ਉਹਨਾਂ ਨੂੰ ਜਾਣਕਾਰੀ ਦਿੱਤੀ ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਮੈਂ ਵੀ ਆਪਣੇ ਦਿਲ ਦੀ ਗਹਿਰਾਈਆਂ ਤੋਂ ਸਭ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਮੌਕਾ ਦਿੱਤਾ ਸਰੋਤਿਆਂ ਨਾਲ ਅੱਜ ਰੂਬਰੂ ਹੋਣ ਦਾ। ਧੰਨਵਾਦ।